ਹੈਲੋ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅਰਸ਼ਦੀਪ ਸਿੰਘ ਤੁਹਾਡਾ ਦੋਸਤ। ਅੱਜ ਆਪਣੀ ਬਰਨਿੰਗ ਇਸ਼ੂਜ਼ ਵਾਲੀ ਜਿਹੜੀ ਸੀਰੀਜ਼ ਹੈਗੀ ਇਹਦੇ ਵਿੱਚ ਦੋ ਹੋਰ ਨਵੇਂ ਟੌਪਿਕਸ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਸੋ ਆਓ ਦੋਸਤੋ ਸ਼ੁਰੂ ਕਰਦੇ ਹਾਂ। ਜਿਹੜੇ ਟੌਪਿਕ ਅੱਜ ਆਪਾਂ ਡਿਸਕਸ ਕਰਨੇ ਨੇ ਉਹ ਕਿਹੜੇ ਨੇ। ਸਭ ਤੋਂ ਪਹਿਲਾਂ ਅੱਜ ਆਪਾਂ ਡਿਸਕਸ ਕਰਾਂਗੇ G20 ਸਮਿਟ ਬਾਰੇ। G20 ਸਮਿਟ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਰੇ ਕੀ ਇੰਪੋਰਟੈਂਟ ਚੀਜ਼ਾਂ ਆਪਣੇ ਵਾਸਤੇ ਜਿਹੜੀਆਂ ਪੇਪਰ ਪੁਆਇੰਟ ਵਾਸਤੇ ਜਿਹੜੀਆਂ ਜ਼ਰੂਰੀ ਨੇ ਆਪਾਂ ਉਹ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। G20 ਨੂੰ ਸਮਝਾਂਗੇ ਆਪਾਂ। ਇਸ ਤੋਂ ਇਲਾਵਾ ਨੈਸ਼ਨਲ ਸਿਕਿਉਰਿਟੀ ਐਕਟ 1980 ਇਹ ਐਕਟ ਹਾਲ ਫਿਲਹਾਲ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸੋ ਇਹਨਾਂ ਦੋਵੇਂ ਇੰਪੋਰਟੈਂਟ ਟੌਪਿਕਸ ਨੂੰ ਅੱਜ ਆਪਾਂ ਇਹ ਸੀਰੀਜ਼ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ G20 ਸਮਿਟ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਵਾਰ ਦਾ ਜਿਹੜਾ G20 ਸਮਿਟ ਹੈ ਉਹ ਬਹੁਤ ਹੀ ਖਾਸ ਹੈ। ਖਾਸ ਕਿਉਂ ਹੈ, ਇਹਦੇ ਵਿੱਚ ਇਹ ਜਿਹਾ ਕੀ ਸੀ? ਗੱਲ ਇਸ ਤਰ੍ਹਾਂ ਹੀ ਖਾਸ ਇਹ ਜਿਹੜਾ ਸਮਿਟ ਹੈ ਇਸ ਕਰਕੇ ਹੈ ਕਿਉਂਕਿ ਜਿਹੜਾ ਇਸ ਵਾਰ ਦਾ G20 ਸਮਿਟ ਹੈਗਾ ਉਹ ਆਪਣੇ ਪਿਆਰੇ ਭਾਰਤ ਯਾਨੀ ਕਿ ਇੰਡੀਆ ਦੇ ਵਿੱਚ ਆਰਗੇਨਾਈਜ਼ ਹੋਇਆ। ਸੋ ਕਾਫੀ ਜ਼ਿਆਦਾ ਇੰਪੋਰਟੈਂਟ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ ਹੈ। ਇਸ ਵਾਰ ਦੇ ਜਿਹੜਾ G20 ਸਮਿਟ ਸੀਗਾ ਉਹਦੇ ਉੱਪਰ ਕੁੱਲ ਮਿਲਾ ਕੇ ਸਰਕਾਰਾਂ ਵੱਲੋਂ ਟਾਈਮ ਪਾਸ ਹੀ ਕੀਤਾ ਗਿਆ। ਸੋ ਬੇਸਿਕਲੀ ਕਿਹੜੇ ਮੁੱਦੇ ਜਿਨ੍ਹਾਂ ਦੇ ਉੱਪਰ ਨਾਲੋਂ ਤੁਸੀਂ ਡਿਸਕਸ਼ਨ ਹੁੰਦੀ ਹੈ G20 ਸਮਿਟ ਨੂੰ ਲੈ ਕੇ, ਜਾਂ ਤੁਸੀਂ ਕਹਿ ਲਓ ਕਿਸ ਮੋਟਿਵ ਨੂੰ ਲੈ ਕੇ ਇਹ ਸਮਿਟ ਬਣਾਇਆ ਗਿਆ ਸੀਗਾ, ਐਸਟੈਬਲਿਸ਼ ਹੋਇਆ ਸੀਗਾ, ਉਹ ਸਾਰੇ ਕੁਝ ਨੂੰ ਅੱਜ ਆਪਾਂ ਪੜ੍ਹਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਵਾਰ ਦਾ ਜਿਹੜਾ G20 ਸਮਿਟ ਹੈ ਇਹ 18ਵਾਂ ਸਮਿਟ ਸੀਗਾ ਤੇ ਇਹ ਆਪਣੇ ਇੰਡੀਆ ਦੇ ਵਿੱਚ ਹੋਇਆ ਸੀਗਾ। ਪਿੱਛੇ ਜਿਹੀ ਹੋ ਕੇ ਹਟਿਆ ਤੇ ਬਹੁਤ ਹੀ ਇੰਪੋਰਟੈਂਟ ਕੁਝ ਕੁ ਫੈਕਚੁਅਲ ਕੁਐਸਚਨ ਜਿਹੜੇ ਤੁਹਾਡੇ ਤੋਂ ਕਿਸੇ ਛੋਟੇ-ਮੋਟੇ ਪੇਪਰ ਦੇ ਵਿੱਚ ਪੁੱਛੇ ਜਾਣਗੇ ਉਹਨਾਂ ਦਾ ਵੇਰਵਾ ਇੱਥੇ ਦਿੱਤਾ ਹੋਇਆ ਹੈ। ਸੋ ਇਹ ਕੁਝ ਕੁ ਫੈਕਟਸ ਨੇਗੇ ਜਿਹੜੇ ਕਿ G20 ਸਮਿਟ ਨੂੰ ਲੈ ਕੇ ਮੈਂ ਨੋਟ ਡਾਊਨ ਕੀਤੇ ਨੇ ਤੁਹਾਡੇ ਸਾਰਿਆਂ ਦੇ ਲਈ। ਇਹ ਤੁਸੀਂ ਫੈਕਟਸ ਆਪਣੇ ਨੋਟਸ ਦੇ ਵਿੱਚ ਐਡ ਆਨ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਤਾਂ ਇਹ ਇਸ ਵਾਰ ਦਾ ਜਿਹੜਾ G20 ਦਾ ਸਮਿਟ ਸੀ ਇਹ 18ਵਾਂ ਸਮਿਟ ਸੀਗਾ, 18th ਸਮਿਟ ਸੀਗਾ ਜਿਹੜਾ ਕਿ ਆਪਣੇ ਇੰਡੀਆ ਦੇ ਵਿਖੇ ਹੈਲਡ ਹੋਇਆ ਤੇ ਇਹ ਪਹਿਲਾ ਸਮਿਟ ਹੈਗਾ, ਫਸਟ ਐਵਰ ਸਮਿਟ ਹੈ ਜਿਹੜਾ ਕਿ ਇੰਡੀਆ ਤੇ ਐਜ਼ ਵੈਲ ਐਜ਼ ਸਾਊਥ ਏਸ਼ੀਆ ਦੇ ਵਿੱਚ ਹੋਇਆ। ਸੋ ਭਾਰਤ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਪਹਿਲਾ ਜਿਹੜਾ ਸਮਿਟ G20 ਦਾ ਹੋਇਆ ਸਿਰਫ ਪਹਿਲਾ ਹੀ ਹੋਇਆ ਹਾਲੇ ਤੱਕ। ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਕੋਈ ਵੀ G20 ਸਮਿਟ ਹੈਲਡ ਨਹੀਂ ਹੋਇਆ। ਇਹ ਤਾਂ ਇੰਪੋਰਟੈਂਟ ਕੁਐਸਚਨ ਬਣਦਾ ਕਿਉਂਕਿ ਇਸ ਵਾਰ ਦਾ ਜਿਹੜਾ ਸਮਿਟ ਹੋਇਆ ਉਹ ਇੰਡੀਆ ਦੇ ਵਿੱਚ ਪਹਿਲੀ ਵਾਰ ਹੋਇਆ। ਇਹਦਾ ਲੋਗੋ ਯਾਦ ਰੱਖਿਓ, ਉਹ ਹੈਗਾ ਕਮਲ ਦਾ ਫੁੱਲ ਯਾਨੀ ਕਿ ਲੋਟਸ। ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਅਨਵੀਲ ਕੀਤਾ ਸੀਗਾ ਤੇ ਇਹਦਾ ਥੀਮ ਵੀ ਬੜਾ ਇੰਪੋਰਟੈਂਟ ਹੈ। ਤੁਹਾਡੇ ਤੋਂ ਪੱਕਾ ਕਿਸੇ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਣਾ ਹੈਗਾ ਕਿਸੇ ਐਗਜ਼ਾਮੀਨਰ ਵੱਲੋਂ ਵੀ ਇਸ ਵਾਰ ਦਾ ਜਿਹੜਾ G20 ਸਮਿਟ ਹੋਇਆ ਸੀ ਉਹਦਾ ਥੀਮ ਕੀ ਸੀਗਾ। ਸੋ ਪ੍ਰਧਾਨ ਮੰਤਰੀ ਨਰਿੰਦਰ ਜੀ ਜਿਹੜੇ ਆਪਣੇ ਮੋਦੀ ਸਾਹਿਬ ਨੇਗੇ ਉਹਨਾਂ ਦਾ ਇੱਕ ਫੇਵਰੇਟ ਨਾਰਾ ਹੈਗਾ, ਉਹ ਕਹਿੰਦੇ ਹੁੰਦੇ ਨੇ ਹਰੇਕ ਆਪਣੀ ਸਪੀਚ ਦੇ ਵਿੱਚ ਵਾਸੁਦੇਵ ਕੁਟੰਬਕਮ। ਇਹਦਾ ਮਤਲਬ ਕੀ ਹੈ? ਬੇਸਿਕਲੀ ਇਹ ਇੱਕ ਸੰਸਕ੍ਰਿਤ ਦਾ ਸ਼ਬਦ ਹੈਗਾ, ਸੰਸਕ੍ਰਿਤ ਭਾਸ਼ਾ ਦਾ। ਇਹਦਾ ਮਤਲਬ ਹੈਗਾ ਵਨ ਅਰਥ ਵਨ ਫੈਮਿਲੀ ਵਨ ਫਿਊਚਰ। ਇੱਕ ਧਰਤੀ ਇੱਕ ਪਰਿਵਾਰ ਤੇ ਇੱਕ ਭਵਿੱਖ। ਠੀਕ ਹੈ, ਸੋ ਵਨ ਅਰਥ ਵਨ ਫੈਮਿਲੀ ਵਨ ਫਿਊਚਰ ਇਹਨੂੰ ਯਾਦ ਰੱਖਿਓ। ਇਹਨੂੰ ਲੈ ਕੇ ਐਗਜ਼ਾਮੀਨਰ ਤੁਹਾਨੂੰ ਕਨਫਿਊਜ਼ ਕਰ ਸਕਦਾ ਅੱਡ-ਅੱਡ ਆਪਸ਼ਨਾਂ ਪਾ ਕੇ ਤੇ ਇੱਥੋਂ ਇੱਕ ਬੇਸਿਕਲੀ ਜਿਹੜਾ ਛੋਟਾ ਕੁਐਸਚਨ ਹੈਗਾ ਐਗਜ਼ਾਮ ਦੇ ਵਿੱਚ ਸੈੱਟ ਹੋ ਸਕਦਾ ਹੈਗਾ। ਸੋ ਇਹ ਬੇਸਿਕ ਫੈਕਚੁਅਲ ਗੱਲਾਂ ਸੀਗੀਆਂ ਜਿਹੜੇ ਕਿ G20 ਸਮਿਟ ਨੂੰ ਲੈ ਕੇ ਆਪਣੇ ਸਾਹਮਣੇ ਆਈਆਂ ਨੇ। ਇੱਕ ਤੁਹਾਡੇ ਸਾਰਿਆਂ ਦੇ ਲਈ ਇੱਕ ਖਾਸ ਕੁਐਸਚਨ ਹੈ, ਮੇਬੀ ਇਹ ਵੀ ਤੁਹਾਡੇ ਤੋਂ ਕਿਸੇ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਵੇ। ਇਹਦਾ ਆਨਸਰ ਤੁਸੀਂ ਸਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਦਿਓ। ਕੁਐਸਚਨ ਕੀ ਕਹਿੰਦਾ? ਕਹਿੰਦੇ ਇਨ ਵਿਚ ਸਿਟੀ ਆਫ ਪੰਜਾਬ G20 ਸਮਿਟ ਮੀਟਿੰਗ ਹੈਲਡ। ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿਖੇ ਕਿਹੜੇ ਸ਼ਹਿਰ 'ਚ ਇਸ ਵਾਰ ਦੀ G20 ਦੀ ਇੱਕ ਮੀਟਿੰਗ ਜਿਹੜੀ ਸੀਗੀ ਉਹ ਆਰਗੇਨਾਈਜ਼ ਹੋਈ ਸੀ? ਆਪਸ਼ਨ ਏ ਪਟਿਆਲਾ, ਮੋਹਾਲੀ ਯਾਨੀ ਕਿ SS ਨਗਰ, ਤੀਸਰਾ ਅੰਮ੍ਰਿਤਸਰ ਜਾਂ ਚੌਥਾ ਬਠਿੰਡਾ। ਇਹਦਾ ਆਨਸਰ ਹੈਗਾ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਦਿਓ। ਹੁਣ ਆਪਾਂ G20 ਬਾਰੇ ਪੜ੍ਹਦੇ ਹਾਂ। ਬੇਸਿਕਲੀ ਇਹ ਕਦੋਂ ਬਣਿਆ ਸੀ, ਕਿਸ ਮੋਟਿਵ ਨੂੰ ਲੈ ਕੇ ਬਣਾਇਆ ਸੀ ਤੇ ਕੀ ਜਿਹੜੀਆਂ ਸਾਰਾ ਕੁਝ ਬੇਸਿਕਲੀ ਜਿਹੜੇ ਬਰੀਕੀਆਂ ਨੇਗੀਆਂ ਸਾਰੀ ਡਿਟੇਲ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਪਾਂ ਅੱਜ ਡਿਸਕਸ ਕਰਾਂਗੇ। ਕੀ ਚੈਲੰਜਸ ਫੇਸ ਹੁੰਦੇ ਨੇਗੇ, ਇਹਦਾ ਮਕਸਦ ਕੀ ਹੈਗਾ ਤੇ ਕੀ ਉਹ ਮੋਟਿਵ ਵਾਕਈ ਪੂਰੇ ਹੁੰਦੇ ਨੇ ਜਾਂ ਨਹੀਂ, ਤੇ ਮੇਨਸ ਪੁਆਇੰਟ ਆਫ ਵਿਊ ਦੇ ਲਈ ਇਹ ਟੌਪਿਕ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਲਾਸਟ ਦੇ ਵਿੱਚ ਆਪਾਂ ਇੱਕ ਮੇਨਸ ਦਾ ਕੁਐਸਚਨ ਵੀ ਤੁਹਾਡੇ ਸਾਰਿਆਂ ਦੇ ਲਈ ਮੈਂ ਲੈ ਕੇ ਆਇਆ। ਸੋ ਬੇਸਿਕਲੀ 1999 ਦੇ ਵਿੱਚ ਇਹਨੂੰ ਐਸਟੈਬਲਿਸ਼ ਕੀਤਾ ਗਿਆ ਸੀਗਾ। ਇਹਦੇ ਮੈਂਬਰ ਯਾਦ ਰੱਖਿਓ ਟੋਟਲ 19 ਮੈਂਬਰ ਨੇ, 19 ਦੇਸ਼ ਨੇ ਸੌਰੀ। ਇਹ ਇੱਕ ਇਨਫਾਰਮਲ ਗਰੁੱਪ ਹੈਗਾ। ਬੇਸਿਕਲੀ ਇਹਦੇ ਮੈਂਬਰ 19 ਦੇਸ਼ ਨੇਗੇ ਤੇ ਪਲੱਸ ਯੂਰੋਪੀਅਨ ਯੂਨੀਅਨ ਤੇ ਕੁਝ ਕੁ ਜਿਹੜੇ ਨੁਮਾਇੰਦੇ ਰਿਪਰੈਜ਼ੈਂਟੇਟਿਵਸ ਨੇਗੇ ਉਹ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਵਰਲਡ ਬੈਂਕ ਦੇ ਵੀ ਹੁੰਦੇ ਨੇ। ਹੁਣ ਇਹ ਜਿਹੜੇ 19 ਦੇਸ਼ ਨੇ ਇਹ ਕਿਹੜੇ ਨੇ? ਤੁਹਾਡੇ ਤੋਂ
ਜੇ ਕੁਐਸਚਨ ਥੋੜਾ ਜਿਹਾ ਐਗਜ਼ਾਮੀਨਰ ਨੇ ਤੁਸੀਂ ਕਹਿ ਲਓ ਡਿਫਿਕਲਟ ਬਣਾਉਣਾ ਹੋਵੇ ਤਾਂ ਤੁਹਾਡੇ ਤੋਂ ਇਹਦੇ ਮੈਂਬਰ ਹੀ ਪੁੱਛ ਸਕਦਾ ਹੈਗਾ। ਸੋ ਇਹ ਇੱਕ ਚਾਰਟ ਹੈ, ਬੇਸਿਕਲੀ ਇਹਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਦੀ ਗਰੁੱਪਿੰਗਸ ਨੇ ਉਹ ਸਾਰਿਆਂ ਦੇ ਮੈਂਬਰ ਕੰਟਰੀਜ਼ ਦਰਸਾਏ ਹੋਏ ਨੇ। ਸਭ ਤੋਂ ਪਹਿਲਾਂ G7 ਦਾ ਜਿਹੜਾ ਆ ਡਾਰਕ ਬਲੂ ਚ ਦੇਖ ਰਹੇ ਹੋ, ਇਹ ਜਿਹੜੇ 7 ਕੰਟਰੀਜ਼ ਨੇ ਇਹ ਸਾਰੇ ਆਪਣਾ G7 ਦਾ ਪਾਰਟ ਨੇ। ਫਿਰ ਇਦਾਂ ਹੀ G7 ਪਲੱਸ ਰਸ਼ੀਆ ਉਹ G8 ਬਣ ਜਾਂਦਾ ਹੈਗਾ। ਇਹਦੇ ਵਿੱਚ ਜੇ ਆਹ ਕੰਟਰੀਜ਼ ਐਡ ਆਨ ਕਰ ਦੋ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਚਾਈਨਾ, ਯੂਰੋਪੀਅਨ ਯੂਨੀਅਨ, ਇੰਡੀਆ, ਇੰਡੋਨੇਸ਼ੀਆ, ਮੈਕਸੀਕੋ, ਸਾਊਦੀ ਅਰੇਬੀਆ, ਸਾਊਥ ਅਫਰੀਕਾ, ਸਾਊਥ ਕੋਰੀਆ ਤੇ ਟਰਕੀ, ਇਹ ਸਾਰੇ G20 ਦਾ ਪਾਰਟ ਨੇ। ਇਹ ਯਾਦ ਰੱਖਿਓ ਜੀ, ਇਹ ਕੰਟਰੀਜ਼ ਇੰਪੋਰਟੈਂਟ ਨਹੀਂ ਹੈ, ਇਹ ਤੁਹਾਨੂੰ ਯਾਦ ਹੀ ਕਰਨੀਆਂ ਪੈਣਗੀਆਂ, ਹੋਰ ਕੋਈ ਆਪਸ਼ਨ ਨਹੀਂ ਹੈਗੀ। ਸੋ ਬੇਸਿਕਲੀ ਦੁਨੀਆ ਦੇ ਵਿੱਚ ਜਿਹੜੀ ਆਪਣੀ ਇਕਨੋਮਿਕ ਗਰੋਥ ਹੈ, ਬੇਸਿਕਲੀ ਜਿਹੜਾ ਇਹਨਾਂ ਦਾ ਬੇਸਿਕ ਮੋਟਿਵ ਹੈਗਾ ਉਹ ਹੈਗਾ ਦੁਨੀਆ ਦੇ ਵਿੱਚ ਜਿਹੜੀ ਇਕਨੋਮਿਕ ਗਰੋਥ ਹੈ ਉਹਨੂੰ ਹੋਰ ਅੱਗੇ ਲੈ ਕੇ ਜਾਣਾ। ਉਸ ਪਰਸਪੈਕਟਿਵ ਨੂੰ ਲੈ ਕੇ ਇਹ ਸਮਿਟ ਜਿਹੜਾ ਤੁਸੀਂ ਕਹ ਲਓ ਇਹ G20 ਹੈ, ਇਹ ਬਣਾਇਆ ਗਿਆ ਸੀ, ਐਸਟੈਬਲਿਸ਼ ਕੀਤਾ ਗਿਆ ਸੀ 1999। ਉਹ ਕਿਵੇਂ, ਤੁਸੀਂ ਖੁਦ ਦੇਖੋ। G20 ਦੇ ਜਿਹੜੇ ਮੈਂਬਰ ਕੰਟਰੀਜ਼ ਨੇ ਇਹ 19 ਦੇਸ਼ ਨੇਗੇ ਪਲੱਸ ਯੂਰੋਪੀਅਨ ਯੂਨੀਅਨ। ਇਹ ਪੂਰੀ ਦੁਨੀਆ ਦਾ 80% GDP ਹੈ, ਯਾਨੀ ਕਿ ਪੂਰੀ ਦੁਨੀਆ ਦੀ ਜਿੰਨੀ ਗ੍ਰੋਸ ਜਿਹੜੀ ਤੁਸੀਂ ਲਾ ਲਓ GDP ਹੈਗੀ ਉਹਦਾ 80% ਸਿਰਫ ਇਹ 19-20 ਦੇਸ਼ਾਂ ਦੇ ਵਿੱਚ ਹੀ ਹੈ। ਸਿਰਫ 19 ਦੇਸ਼ ਤੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਕੰਟਰੀਜ਼ ਨੇ ਉਹਨਾਂ ਦੇ ਵਿੱਚ। ਉਸ ਤੋਂ ਇਲਾਵਾ 75% ਜਿਹੜਾ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਹੁੰਦਾ ਹੈਗਾ ਉਹ ਇਹਨਾਂ ਕੰਟਰੀਜ਼ ਦੇ ਵਿੱਚ ਹੀ ਹੁੰਦਾ ਤੇ 60% ਜਿਹੜੀ ਦੁਨੀਆ ਦੀ ਆਬਾਦੀ ਹੈ ਉਹ ਇਹਨਾਂ ਦੇਸ਼ਾਂ ਦੇ ਵਿੱਚ ਹੈ। ਸੋ ਤੁਸੀਂ ਆਪ ਹਿਸਾਬ ਲਾ ਲਓ, ਇਹ ਜਿਹੜਾ G20 ਹੈਗਾ, ਇਹ ਜਿਹੜਾ ਸਮਿਟ ਹੈ, ਤੁਸੀਂ ਕਹ ਲਓ ਇਹ ਜਿਹੜਾ ਫੋਰਮ ਹੈਗਾ, ਬੇਸਿਕਲੀ ਜਿਹੜਾ G20 ਹੈਗਾ, ਇਹ ਗਰੁੱਪ ਹੈਗਾ, ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਕੱਲੇ ਇੰਡੀਆ ਦੇ ਲਈ ਨਹੀਂ, ਪੂਰੀ ਦੁਨੀਆ ਦੀ ਜਿਹੜੀ ਓਵਰਆਲ ਇਕਨੋਮਿਕ ਗਰੋਥ ਹੈ ਉਹਦੇ ਲਈ। ਸੋ ਬੇਸਿਕਲੀ G20 ਦੇ ਜਿਹੜੇ ਇਹ ਮੈਂਬਰ ਕੰਟਰੀਜ਼ ਨੇ ਇਹਨਾਂ ਨੂੰ ਏਰੀਏ ਦੇ ਅਕੋਰਡਿੰਗ, ਜਿਵੇਂ ਅਮਰੀਕਨ ਨਾਰਦਰਨ ਜਿਹੜਾ ਅਮਰੀਕਨ ਹੈਗਾ, ਯੂਰੋਪੀਅਨ ਏਰੀਆ ਹੈ, ਏਸ਼ੀਆ ਦਾ ਰੀਜਨ ਹੈਗਾ, ਉਹਨਾਂ ਨੂੰ ਲੈ ਕੇ ਅੱਡ-ਅੱਡ ਕੰਟਰੀਜ਼ ਨੂੰ ਡਿਵਾਈਡ ਕੀਤਾ ਹੋਇਆ ਤੇ ਹਰੇਕ ਸਾਲ ਜਿਹੜੀ ਇਹਦੀ ਮੀਟਿੰਗ ਹੁੰਦੀ ਹੈ ਇਹਨਾਂ ਕੰਟਰੀਜ਼ ਦਾ ਗਰੁੱਪ ਬਣਦੇ ਨੇ। ਉਹਨਾਂ ਗਰੁੱਪ ਦੇ ਵਿੱਚੋਂ ਅਗਲੇ ਸਾਲ ਜਿਹੜੀ ਪ੍ਰੈਜ਼ੀਡੈਂਟਸ਼ਿਪ ਹੁੰਦੀ ਹੈਗੀ, ਜਿਹੜੀ ਕੰਟਰੀ ਫੋਰ ਭਾਵ ਕਹਿਣ ਤੋਂ ਭਾਵ ਮੀਟਿੰਗ ਹੈਲਡ ਕਰਦੀ ਹੈਗੀ, ਮਤਲਬ ਆਰਗੇਨਾਈਜ਼ ਕਰਦੀ ਹੈ, ਉੱਥੇ ਡਿਸਾਈਡ ਕੀਤਾ ਜਾਂਦਾ। ਸੋ ਬੇਸਿਕਲੀ ਇਸ ਵਾਰ ਦੀ ਜਿਹੜੀ ਮੀਟਿੰਗ ਹੋਈ ਹੈ ਉਹ ਇੰਡੀਆ ਦੇ ਵਿੱਚ ਹੋਈ ਹੈ। ਸੋ ਇਹ ਜਿਹੜਾ 18ਵਾਂ ਸਮਿਟ ਸੀਗਾ ਇਹ ਆਪਣੇ ਦੇਸ਼ ਇੰਡੀਆ ਦੇ ਵਿੱਚ ਹੈਲਡ ਹੋਏਗਾ। ਤੇ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਐਗਜ਼ਾਮੀਨਰ ਪੁੱਛਦਾ ਹੁੰਦਾ ਹੈ, ਉਹ ਤੁਹਾਨੂੰ ਕੋਈ ਹੈੱਡਕੁਆਟਰ ਦੇ ਦੂਗਾ ਆਪਸ਼ਨ ਦੇ ਵਿੱਚ ਵੀ ਦੱਸੋ ਇਹਨਾਂ ਚ G20 ਦਾ ਹੈੱਡਕੁਆਟਰ ਕਿਹੜਾ ਹੈ। ਸੋ ਧਿਆਨ ਦੇ ਨਾਲ ਇਸ ਚੀਜ਼ ਨੂੰ ਨੋਟ ਡਾਊਨ ਕਰਿਓ, G20 ਦਾ ਕੋਈ ਵੀ ਪਰਮਾਨੈਂਟ ਸੈਕਟਰੀਏਟ ਜਾਂ ਹੈੱਡਕੁਆਟਰ ਨਹੀਂ ਹੈਗਾ। ਸੋ G20 ਹੈਜ਼ ਨੋ ਹੈੱਡਕੁਆਟਰ, ਇਹਦਾ ਕੋਈ ਵੀ ਹੈੱਡਕੁਆਟਰ ਨਹੀਂ ਹੈਗਾ। ਕਿਤੇ ਵਰਲਡ ਬੈਂਕ, IMF ਵਾਂਗੂ ਇਹਦਾ ਵੀ ਹੈੱਡਕੁਆਟਰ ਕਿਤੇ ਟਿਕ ਨਾ ਲਾਇਓ। ਸੋ ਇਹਦਾ ਕੋਈ ਵੀ ਹੈੱਡਕੁਆਟਰ ਨਹੀਂ ਹੈਗਾ ਜੀ। ਹੁਣ ਕਿਹੜੇ-ਕਿਹੜੇ ਜਿਹੜੇ ਮੌਜੂਦਾ ਸਮੇਂ ਦੇ ਜਿਹੜੇ ਇਸ਼ੂਜ਼ ਨੇ, ਆਪਾਂ G20 ਤੋਂ ਜੇ ਆਪਾਂ ਸਾਈਡ ਵਾਈਜ਼ ਵੀ ਆਪਾਂ ਗੱਲ ਕਰੀਏ, ਆਹ ਕੁਝ ਕੁ ਮੈਂ ਪੁਆਇੰਟ ਲਿਖੇ ਹੋਏ ਨੇਗੇ। ਇਹ ਇੰਨੇ ਕੁ ਜ਼ਿਆਦਾ ਇੰਪੋਰਟੈਂਟ ਇਸ਼ੂ ਨੇ ਜਿਹੜੇ ਅੱਜ ਦੇ ਸਮੇਂ ਕੱਲਾ ਆਪਣਾ ਇੰਡੀਆ ਹੀ ਨਹੀਂ ਬਾਕੀ ਸਾਰੇ ਦੇਸ਼ ਨੇਗੇ ਜਿਹੜੇ ਉਹ ਫੇਸ ਕਰ ਰਹੇ ਨੇਗੇ। ਸੋ G20 ਨੂੰ ਲੈ ਕੇ G20 ਦੇ ਵਿੱਚ ਇਹਨਾਂ ਇਸ਼ੂਜ਼ ਨੂੰ ਲੈ ਕੇ ਹੀ ਕੰਮ ਕੀਤਾ ਜਾਂਦਾ, ਡਿਸਕਸ਼ਨਸ ਹੁੰਦੀਆਂ ਨੇ, ਮੀਟਿੰਗਸ ਹੁੰਦੀਆਂ ਨੇ। ਇਹਨਾਂ ਇਸ਼ੂਜ਼ ਨੂੰ ਆਪਾਂ ਕਿਵੇਂ ਰਿਜ਼ੋਲਵ ਕਰ ਸਕਦੇ, ਕਿਵੇਂ ਆਪਣੇ ਦੇਸ਼ ਨੂੰ ਤੇ ਦੁਨੀਆ ਨੂੰ ਅੱਗੇ ਲੈ ਕੇ ਜਾਣਾ, ਇਹ ਸਾਰਾ ਕੁਝ ਇਹ ਡਿਸਕਸ ਕਰਦੇ ਨੇ। ਜਿਵੇਂ ਕੋਵਿਡ ਜਿਹੜਾ ਤੁਸੀਂ ਲਾ ਲਓ, ਕਰੋਨਾ ਮਹਾਮਾਰੀ ਆਈ ਸੀ, ਉਹਦੇ ਨਾਲ ਪੂਰੀ ਦੁਨੀਆ ਦੀ ਜਾਨ ਮਾਲ ਦਾ ਨੁਕਸਾਨ ਤਾਂ ਹੋਇਆ ਸੀਗਾ, ਪਰ ਇਕਨੋਮਿਕ ਜਿਹੜੀ ਸਲੋ ਡਾਊਨ ਸੀਗਾ ਉਹ ਵੀ ਕਿੰਨਾ ਆਇਆ ਸੀਗਾ। ਪੂਰੀ ਦੁਨੀਆ ਦੀ ਜਿਹੜੀ ਇਕਨੋਮੀ ਸੀਗੀ ਉਹ ਵੀ ਸਫਰ ਹੋਈ ਸੀ। ਉਸ ਜਿਹੜਾ ਪੈਂਡੈਮਿਕ ਸੀਗਾ ਉਹਨੂੰ ਉਹਦੇ ਚੋਂ ਬਾਹਰ ਨਿਕਲਣ ਦੇ ਮਤਲਬ ਕਈ ਇੰਪੋਰਟੈਂਟ ਆਸਪੈਕਟਸ ਜਿਹੜੇ ਉਹ ਡਿਸਕਸ ਕੀਤੇ ਗਏ। ਤੇ ਇਸ ਤੋਂ ਇਲਾਵਾ ਇਕਨੋਮਿਕ ਗਰੋਥ ਨੈਗੇਟਿਵ ਚੱਲ ਰਹੀ ਹੈ ਪੂਰੀ ਵਰਲਡ ਦੇ ਵਿੱਚ, ਤਾਂ ਪਹਿਲੀ ਗਲੋਬਲ ਰੈਸੈਸ਼ਨ ਆ ਗਿਆ, ਇੰਡੀਆ ਦੇ ਪੈਰ ਵੀ ਡੋਲਣ ਵਾਲੇ ਨੇ ਕਿਸੇ ਵੀ ਟਾਈਮ। ਸੋ ਉਸ ਚੀਜ਼ ਨੂੰ ਕਿਵੇਂ ਟੈਕਲ ਕੀਤਾ ਜਾਣਾ ਹੈਗਾ, ਫਾਈਨੈਂਸ਼ੀਅਲ ਤੇ ਲਿਕੁਇਡਿਟੀ ਕਰੰਚ ਹੈਗਾ, ਪੂਰੀ ਇਕਨੋਮੀ ਦੇ ਉੱਪਰ ਕਿਵੇਂ ਪੈਸੇ ਦਾ ਕਰੰਚ ਛਾਇਆ ਹੋਏਗਾ। ਸੋ ਇਹ ਚੀਜ਼ਾਂ ਨੂੰ ਲੈ ਕੇ ਡਿਸਕਸ਼ਨ ਹੁੰਦੀ ਹੈ। ਡੈਟ, ਕਰਜ਼ਾ ਵੱਧਦਾ ਜਾ ਰਿਹਾ ਹੈਗਾ, ਐਕਸਟਰਨਲ ਡੈਟ ਜਿਹੜੇ ਦੇਸ਼ ਕਰਜ਼ੇ ਦੀ ਮਾਰ ਥੱਲੇ ਆ ਗਏ। ਫੋਰ ਐਗਜ਼ਾਮਪਲ ਪਾਕਿਸਤਾਨ ਹੋ ਗਿਆ, ਚਾਈਨਾ ਨੇ ਇਸ ਦੇਸ਼ ਨੂੰ ਪੂਰਾ ਕਰਜ਼ਈ ਕਰ ਰੱਖਿਆ। ਸਿਮਿਲਰਲੀ ਚਾਈਨਾ ਨੇ ਸ਼੍ਰੀਲੰਕਾ ਨੂੰ ਤਾਂ ਤੁਸੀਂ ਲਾ ਲਓ ਆਲਮੋਸਟ ਪੂਰਾ ਦੇਸ਼ ਹੀ ਖਰੀਦ ਲਿਆ। ਸੋ ਇਹ ਸਾਰੇ ਇਸ਼ੂਜ਼ ਨੇਗੇ ਜਿਹੜੇ ਕਿ ਪੂਰੀ ਦੁਨੀਆ ਦੇ ਲਈ ਚੰਗੇ ਨਹੀਂ ਹੈਗੇ। ਸੋ ਹੋਰ ਵੀ ਕਈ ਜਿਹੜੇ ਇਸ਼ੂਜ਼ ਨੇ ਮੈਂ ਲਿਖੇ ਹੋਏ ਨੇ, ਇਹ ਤੁਸੀਂ ਬੇਸਿਕ ਬਿਲਕੁਲ ਪੜ੍ਹ ਸਕਦੇ ਹੋਗੇ ਈਜ਼ੀਲੀ, ਇਹ ਸਮਝਣੇ ਵੀ ਸੌਖੇ ਨੇਗੇ। ਸੋ ਇਹਨਾਂ ਇਸ਼ੂ ਨੂੰ ਲੈ ਕੇ ਚਰਚਾ ਹੁੰਦੀ ਹੈ। ਸੋ ਬੇਸਿਕਲੀ ਹੁਣ ਆਪਾਂ ਗੱਲ ਕਰਦੇ ਹਾਂ G20 ਨੂੰ ਲੈ ਕੇ ਚੈਲੰਜਸ ਕੀ ਮਤਲਬ ਫੇਸ ਕਰਨੇ ਪੈਂਦੇ ਨੇ। ਜਿਹੜਾ ਇਹ ਫੋਰਮ ਹੈ ਇਹਨੂੰ ਅਕਸਰ ਚੈਲੰਜ ਕੀ ਫੇਸ ਕਰਨੇ ਪੈਂਦੇ ਨੇ। ਬੇਸਿਕਲੀ ਗੱਲ ਤਾਂ ਇਹ ਹੈ ਵੀ ਜਿਹੜੇ ਇਹ ਮੈਂਬਰ ਕੰਟਰੀਜ਼ ਨੇ ਵਾਅਦੇ ਤਾਂ ਇੱਕ ਦੂਜੇ ਨੂੰ ਬਹੁਤ ਵੱਡੇ ਕਰ ਜਾਂਦੇ ਨੇ ਵੀ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਕੁਝ ਵੱਖਰੀ ਹੈ। ਸੋ ਸਭ ਤੋਂ ਪਹਿਲਾਂ ਤਾਂ ਆ ਗਈ ਕਮਿਟਮੈਂਟ। ਜਿਹੜੇ ਇੱਕ ਦੂਜੇ ਨੂੰ ਆਪਾਂ ਟ੍ਰੇਡ ਇੱਕ ਦੂਜੇ ਦੇਸ਼ਾਂ ਨੂੰ, ਫੋਰ ਐਗਜ਼ਾਮਪਲ ਇੰਡੀਆ ਨੇ ਕਿਸੇ ਮੈਂਬਰ ਕੰਟਰੀ ਦੇ ਨਾਲ ਜੋ ਕਿ G20 ਦਾ ਹਿੱਸਾ,
ਉਹਦੇ ਨਾਲ ਲੈ ਲਓ ਤੁਸੀਂ ਟ੍ਰੇਡ ਨੂੰ ਲੈ ਕੇ ਕੋਈ ਕਮਿਟਮੈਂਟ ਕਰ ਲਈ, ਕੋਈ ਵਾਅਦਾ ਕਰ ਲਿਆ ਵੀ ਅਸੀਂ ਤੁਹਾਡੇ ਨਾਲ ਜਿਹੜਾ ਟ੍ਰੇਡ ਹੈਗਾ ਉਹ ਹੋਰ ਐਨਹਾਂਸ ਕਰਾਂਗੇ। ਬਟ ਕਈ ਸਿਨੈਰੀਓਜ਼ ਇਹੋ ਜਿਹੇ ਹੋ ਜਾਂਦੇ ਨੇ ਕਿ ਸਰਕਾਰਾਂ ਤੋਂ ਮਨਜ਼ੂਰੀਆਂ ਨਹੀਂ ਮਿਲਦੀਆਂ ਜਾਂ ਹੋਰ ਵੀ ਬਹੁਤ ਸਾਰੇ ਫੈਕਟਰਸ ਨੇ ਜਿਹਦੇ ਕਰਕੇ ਇਹ ਵਾਅਦੇ ਰਹਿ ਜਾਂਦੇ ਨੇ, ਪੂਰੇ ਨਹੀਂ ਹੁੰਦੇ। ਸੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਜਿਹੜਾ ਕੀ ਰੋਲ ਹੁੰਦਾ ਇਹਨਾਂ ਫੋਰਮ ਦੇ ਵਿੱਚ, ਫੋਰ ਐਗਜ਼ਾਮਪਲ ਵਰਲਡ ਬੈਂਕ ਹੋ ਗਿਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋ ਗਿਆ, ਇਹ ਬਹੁਤ ਤਕੜੀਆਂ ਸੰਸਥਾਵਾਂ ਨੇ। ਇਹਨਾਂ ਦਾ ਕਿਸੇ ਮਾੜੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬਹੁਤ ਰੋਲ ਹੁੰਦਾ ਹੈਗਾ। ਸੋ ਉਹਨਾਂ ਨੂੰ ਪ੍ਰੋਪਰ ਜਿਹੇ ਲੋਨ ਪ੍ਰੋਵਾਈਡ ਕਰਨ, ਉਹ ਆਪਦੀ ਇਕਨੋਮੀ ਨੂੰ ਗਰੋ ਕਰਨ, ਉਹਦੇ ਨਾਲ ਕਿੰਨਾ ਫਰਕ ਪੈ ਜੇ ਪੂਰੀ ਦੁਨੀਆ ਦੀ ਇਕਨੋਮੀ ਨੂੰ। ਸੋ ਬਟ ਇਹ ਗੱਲਾਂ ਨਹੀਂ ਹੁੰਦੀਆਂ। ਇਹਨਾਂ ਜਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਇਹਨਾਂ ਦਾ ਵੀ ਤੁਸੀਂ ਲਾ ਲਓ ਥੋੜਾ ਜਿਹਾ ਕਮੀ ਰਹਿ ਜਾਂਦੀ ਹੈਗੀ ਕੋਆਪਰੇਸ਼ਨ ਦੇ ਵਿੱਚ। ਫਿਰ ਆਗੇ ਨਿਊ ਸੋਸ਼ੋ ਇਕਨੋਮਿਕ ਸਿਸਟਮ ਹੋ ਗਿਆ, ਠੀਕ ਹੈ। ਆਪਣੇ ਇੰਡੀਆ, ਚਾਈਨਾ, ਰਸ਼ੀਆ ਬਹੁਤ ਵੱਡੀਆਂ ਇਕਨੋਮੀਜ਼ ਨੇ, ਇਹ ਆਪਦੇ ਹੀ ਗੋਲ ਸੈੱਟ ਕਰਨ ਤੇ ਲੱਗੇ ਹੋਏ ਨੇ। ਆਪਾਂ ਨੂੰ ਚਾਹੀਦਾ ਕੀ ਹੈ, ਆਪਾਂ ਨੂੰ ਸਾਰੇ ਰਲ ਕੇ ਚੱਲੀਏ ਤਾਂ ਕਿ ਆਪਣੇ ਦੇਸ਼ ਦੇ ਨਾਲ ਪੂਰੀ ਦੁਨੀਆ ਵੀ ਗਰੋ ਕਰੇ। ਸੋ ਹੋਰ ਵੀ ਇਹੋ ਜਿਹੇ ਇਸ਼ੂਜ਼ ਨੇ ਕਿ ਜਿਹੜੇ ਕਿ ਐਜ਼ ਅ ਚੈਲੰਜ ਇਹਨਾਂ ਨੂੰ ਫੇਸ ਕਰਨੇ ਪੈਂਦੇ ਨੇ। ਫੋਰ ਐਗਜ਼ਾਮਪਲ ਰਸ਼ੀਆ ਯੂਕਰੇਨ ਦਾ ਜਿਹੜਾ ਕਨਫਲਿਕਟ ਹੈਗਾ ਉਹਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਦਾ ਇਫੈਕਟ ਪਿਆ। ਕਿਵੇਂ? ਰਸ਼ੀਆ ਜਿਹੜਾ ਹੈਗਾ ਉਹ ਜਿਹੜੇ ਯੂਰੋਪੀਅਨ ਕੰਟਰੀਜ਼ ਨੇਗੇ ਉਹਨਾਂ ਨੂੰ ਗੈਸ ਯਾਨੀ ਕਿ ਨੈਚੁਰਲ ਗੈਸ ਦੀ ਜਿਹੜੀ ਪਾਈਪਲਾਈਨ ਦੇ ਥਰੂ ਗੈਸ ਸਪਲਾਈ ਕਰਦਾ। ਹੁਣ ਕਿਉਂਕਿ ਜੰਗ ਲੱਗੀ ਹੋਈ ਹੈ, ਜਿਹੜੇ ਦੇਸ਼ ਯੂਕਰੇਨ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਨੂੰ ਰਸ਼ੀਆ ਜਿਹੜੀ ਗੈਸ ਦੀ ਹੈਗੀ ਜਿਹੜੀ ਸਪਲਾਈ ਉਹ ਨਹੀਂ ਦੇ ਰਿਹਾ, ਉਹ ਬੰਦ ਕਰ ਰਿਹਾ। ਸੋ ਇਦਾਂ ਦੇ ਹੋਰ ਵੀ ਕਈ ਮੈਟਰਸ ਨੇਗੇ, ਮਤਲਬ ਇਸ਼ੂਜ਼ ਨੇ। ਤੇਲ ਦੀ ਸਪਲਾਈ ਦੁਨੀਆ ਦੇ ਵਿੱਚ ਘਟੀ ਹੋਈ ਹੈ ਕਿਉਂਕਿ ਰਸ਼ੀਆ ਬਹੁਤ ਹੀ ਵੱਡਾ ਤੇਲ ਦਾ ਸਪਲਾਇਰ ਹੈਗਾ। ਹੋਰ ਵੀ ਇਹੋ ਜਿਹੇ ਕਾਰਨ ਨੇਗੇ ਜਿਨ੍ਹਾਂ ਕਰਕੇ ਇਹਨਾਂ ਨੂੰ ਚੈਲੰਜ ਫੇਸ ਕਰਨਾ ਪੈਂਦਾ। ਸੋ ਟ੍ਰੇਡ ਦਾ ਜਿਹੜਾ ਆਪਾਂ ਹੋਰ ਪੜ੍ਹਦੇ ਹਾਂ ਜਿਹੜੇ ਪੁਆਇੰਟ ਲਿਖੇ ਨੇ, ਫੋਰ ਐਗਜ਼ਾਮਪਲ ਐਕਸਪੈਂਡਿੰਗ ਇਨਫਲੂਐਂਸ ਆਫ ਦਾ ਟ੍ਰੇਡ। ਕਈ ਦੇਸ਼ ਨੇ ਜਿਹੜੇ ਕਾਫੀ ਵੱਡੀ ਇਕਨੋਮਿਕ ਨੇ, US ਹੋ ਗਿਆ, ਚਾਈਨਾ ਹੋ ਗਿਆ, ਇਹਨਾਂ ਦਾ ਟ੍ਰੇਡ ਕਾਫੀ ਵੱਡਾ ਹੈ। ਸੋ ਇਹ ਟ੍ਰੇਡ ਨੂੰ ਵੀ ਮੈਨੀਪੂਲੇਟ ਕਰਦੇ ਨੇਗੇ ਆਪਦੇ ਅਕੋਰਡਿੰਗ, ਕਿਉਂਕਿ ਇਹਨਾਂ ਦੀ ਟ੍ਰੇਡ ਦੀ ਵੋਲਿਊਮ ਕਾਫੀ ਜ਼ਿਆਦਾ ਹੈ। ਇਦਾਂ ਨਹੀਂ ਕਰਨਾ ਚਾਹੀਦਾ। ਸੋ ਸਾਰੇ ਜਿਹੜੇ ਵੀ ਦੇਸ਼ ਰਿਸੋਰਸ ਰਿਚ ਨੇਗੇ ਉਹਨਾਂ ਤੋਂ ਰਿਸੋਰਸਿਸ ਆਪਾਂ ਨੂੰ ਪ੍ਰੋਪਰ ਮਤਲਬ ਯੂਟੀਲਾਈਜ਼ ਕਰਨੇ ਚਾਹੀਦੇ ਨੇ ਤਾਂ ਕਿ ਉਸ ਦੇਸ਼ ਦਾ ਵੀ ਭਲਾ ਹੋਵੇ ਤੇ ਨਾਲ ਦੀ ਨਾਲ ਜਿਹੜਾ ਦੁਨੀਆ ਦਾ ਵੀ ਭਲਾ ਹੋ ਸਕੇ। ਸੋ ਇਹ ਚੈਲੰਜਸ ਨੇਗੇ ਜਿਹੜੇ ਕਿ G20 ਫੇਸ ਕਰਦਾ ਹੈਗਾ ਤੇ ਇਹਨਾਂ ਨੂੰ ਟੈਕਲ ਕਰਨ ਦੀ ਲੋੜ ਹੈ। ਫਿਰ ਜਿਹੜੇ ਕੰਸਰਨ ਨੇ, ਹੋਰ ਕੰਸਰਨ ਨੇ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਲੋੜ ਹੈ, ਇਹ ਤੁਸੀਂ ਪੜ੍ਹ ਸਕਦੇ ਹੋ, ਮੈਂ ਤੁਹਾਡੇ ਲਈ ਐਡ ਕੀਤੇ ਨੇ, ਬਿਲਕੁਲ ਈਜ਼ੀ ਨੇ। ਫੋਰ ਐਗਜ਼ਾਮਪਲ ਕਈ ਫੋਕਸ ਏਰੀਆਜ਼ ਨੇ ਜਿਨ੍ਹਾਂ ਦੇ ਉੱਪਰ ਆਪਾਂ ਨੂੰ ਹੋਰ ਜ਼ਿਆਦਾ ਗੌਰ ਕਰਨ ਦੀ ਲੋੜ ਹੈਗੀ। ਐਮਰਜਿੰਗ ਇਕਨੋਮੀਜ਼ ਨੇ, ਕਈ ਨਵੇਂ ਛੋਟੇ ਦੇਸ਼ ਨੇਗੇ ਜਿਹੜੇ ਹਾਲੇ ਡਿਵੈਲਪਿੰਗ ਨੇਗੇ, ਹਾਲੇ ਡਿਵੈਲਪ ਕੰਟਰੀਜ਼ ਦੇ ਵਿੱਚ ਨਹੀਂ ਹੈ, ਉਹ ਡਿਵੈਲਪਿੰਗ ਨੇ, ਉਹ ਹੋਰ ਵੀ ਗਰੋਥ ਕਰ ਸਕਦੇ ਨੇ ਕਿਉਂਕਿ ਕਈ ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਰਿਸੋਰਸਿਸ ਦੀ ਕੋਈ ਕਮੀ ਨਹੀਂ ਹੈਗੀ, ਰਿਸੋਰਸਿਸ ਬਹੁਤ ਨੇ, ਉਹਨਾਂ ਨੂੰ ਬਸ ਕੋਈ ਦਿਸ਼ਾ ਦੇਣ ਵਾਲਾ ਚਾਹੀਦਾ ਤਾਂ ਕਿ ਉਹ ਦੇਸ਼ ਪੂਰੀ ਤਰੱਕੀ ਕਰ ਸਕਣ। ਸੋ ਸਿਮਿਲਰਲੀ ਹਿਊਮਨ ਰਾਈਟਸ, ਲੋਕਾਂ ਨੂੰ ਖਾਣ ਨੂੰ ਵਧੀਆ ਫੂਡ, ਵਧੀਆ ਰਹਿਣ ਨੂੰ ਮਕਾਨ, ਐਜੂਕੇਸ਼ਨ ਪ੍ਰੋਪਰ ਮਿਲੇ, ਹੈਲਥ ਸਿਸਟਮ ਵਧੀਆ ਹੋਵੇ, ਇਹ ਜਿਹੜੇ ਸਾਰੇ ਫੈਕਟਰਸ ਨੇ ਇਹ ਕਿਸੇ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਉਹਨੂੰ ਗਰੋ ਕਰਨ ਦੇ ਲਈ, ਉਹਨੂੰ ਅੱਗੇ ਲੈ ਕੇ ਜਾਂਦੇ। ਸੋ ਹੋਰ ਵੀ ਇਹੋ ਜਿਹੇ ਫੈਕਟਰਸ ਨੇ ਜਿਹੜੇ ਤੁਸੀਂ ਪੜ੍ਹ ਸਕਦੇ ਹੋਗੇ। ਇਹ ਸਾਰਾ ਸੀਗਾ ਅੱਜ ਆਪਾਂ ਪੜ੍ਹਿਆ ਜੀ G20 ਬਾਰੇ। ਤੇ ਆ 2019 ਦੇ ਵਿੱਚ UPSC ਨੇ ਇੱਕ ਕੁਐਸਚਨ ਪੁੱਛਿਆ ਸੀਗਾ ਮੇਨ ਦੇ ਵਿੱਚ, ਕੀ ਕਹਿੰਦਾ ਦਾ ਲੌਂਗ ਸਸਟੇਨਡ ਇਮੇਜ ਆਫ ਇੰਡੀਆ ਐਜ਼ ਅ ਲੀਡਰ ਆਫ ਓਪਰੈਸਡ ਐਂਡ ਮਾਰਜਨਲਾਈਜ਼ਡ ਨੇਸ਼ਨ has disappeared on account of its new found role in the emerging global order। ਕਹਿੰਦੇ ਆਪਣਾ ਭਾਰਤ ਜਿਹਨੂੰ ਕਿਸੇ ਸਮੇਂ ਓਪਰੈਸਡ ਤੇ ਮਾਰਜਨਲਾਈਜ਼ਡ ਦੇਸ਼ਾਂ ਦੇ ਵਿੱਚ ਗਿਣਿਆ ਜਾਂਦਾ ਸੀਗਾ, ਯਾਨੀ ਕਿ ਤੁਸੀਂ ਕਹਿ ਲਓ ਜਿਹਨੂੰ ਦਬਾਇਆ ਜਾਂਦਾ ਸੀਗਾ, ਅੱਜ ਉਹ ਇਮੇਜ ਜਿਹੜੀ ਭਾਰਤ ਦੀ ਕਿਸੇ ਸਮੇਂ ਬਣੀ ਹੋਈ ਸੀ ਉਹ ਡਿਸਅਪੀਅਰ ਹੋ ਗਈ ਤੇ ਆਪਣਾ ਜਿਹੜਾ ਇੰਡੀਆ ਅੱਜ ਦੇ ਸਮੇਂ ਇੱਕ ਨਿਊ ਗਲੋਬਲ ਆਰਡਰ ਦੇ ਵਿੱਚ ਇੱਕ ਆਪਣਾ ਦੇਸ਼ ਇਮਰਜ ਕਰ ਰਿਹਾ ਹੈ। ਕਿ ਇਸ ਟਿੱਪਣੀ ਜਿਹੜੇ ਇਹ ਸਟੇਟਮੈਂਟ ਹੈ ਇਹਨੂੰ ਤੁਸੀਂ 200 ਵਰਡਸ ਦੇ ਵਿੱਚ ਇਲੈਬੋਰੇਟ ਕਰਨਾ ਹੈ। ਆਪਦਾ ਪੋਜ਼ਿਟਿਵ ਵੇ ਦੇ ਵਿੱਚ ਜਿਹੜਾ ਵੀ ਹੈਗਾ ਉਹ ਤੁਸੀਂ ਆਪਦਾ ਜਿਹੜਾ ਜਵਾਬ ਹੈਗਾ ਉਹ ਪ੍ਰੈਕਟਿਸ ਕਰ ਸਕਦੇ। ਅਗਲਾ ਟੌਪਿਕ ਆਪਾਂ ਡਿਸਕਸ ਕਰਦੇ ਹਾਂ G20 ਬਾਰੇ ਤਾਂ ਜੀ ਆਪਾਂ ਪੜ੍ਹ ਲਿਆ, ਸੌਰੀ ਇੱਕ ਮਿੰਟ। ਸੋ ਨੈਕਸਟ ਟੌਪਿਕ ਆਪਾਂ ਕੰਟੀਨਿਊ ਕਰਦੇ ਹਾਂ ਜੋ ਕਿ ਹਾਲ ਫਿਲਹਾਲ ਦੇ ਵਿੱਚ ਕਾਫੀ ਜ਼ਿਆਦਾ ਤੁਸੀਂ ਲਾ ਲਓ ਹੈਡਲਾਈਨ ਦਾ ਵਿਸ਼ਾ ਬਣਿਆ, ਕਾਫੀ ਜ਼ਿਆਦਾ ਇੰਪੋਰਟੈਂਟ ਆ। ਉਹ ਟੌਪਿਕ ਹੀ ਹੈ, ਉਹ ਹੈਗਾ ਜੀ ਨੈਸ਼ਨਲ ਸਿਕਿਉਰਿਟੀ ਐਕਟ 1980। ਇਹ ਐਕਟ ਨਿਊਜ਼ ਦੇ ਵਿੱਚ ਕਿਵੇਂ ਆ? ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਵਾਰਿਸ ਪੰਜਾਬ ਦੇ ਜਿਹੜਾ ਜੱਥਾ ਹੈਗਾ, ਜਿਹੜਾ ਇਹ ਗਰੁੱਪ ਹੈਗਾ, ਇਹਦੇ ਜਿਹੜੇ ਆਪਣੇ ਹੁਣ ਸਰਪ੍ਰਸਤ ਸੀਗੇ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਜੀ, ਇਹਨਾਂ ਨੂੰ ਡਿਟੇਨ ਕਰ ਲਿਆ ਗਿਆ ਤੇ ਇਹਨਾਂ ਨੂੰ ਅਸਾਮ ਜਿਹੜੀ ਦਿਬਰੂਗੜ੍ਹ ਦੀ ਜੇਲ੍ਹ ਹੈਗੀ ਉੱਥੇ ਭੇਜ ਦਿੱਤਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਜੀ ਦਾ ਅਰੈਸਟ ਹੋਣਾ, ਇਹਨਾਂ ਦਾ ਡਿਟੇਨ ਹੋਣਾ, ਠੀਕ ਹੈ, ਸੋ ਇਹ ਸਭ ਪੋਲੀਟੀਕਲ ਗੱਲਾਂ ਨੇ, ਆਪਣਾ ਇਸ ਚੀਜ਼ ਨਾਲ ਕੋਈ ਕੰਸਰਨ ਨਹੀਂ ਹੈਗਾ। ਆਪਣੇ ਵਾਸਤੇ ਜਿਹੜੀ ਇੰਪੋਰਟੈਂਟ ਚੀਜ਼ ਇਸ ਟੌਪਿਕ ਦੇ ਵਿੱਚੋਂ ਬਾਹਰ ਆਈ ਹੈ, ਤੁਸੀਂ ਕਹ ਲਓ ਸਾਹਮਣੇ ਆਈ ਹੈ ਪੇਪਰ ਪੁਆਇੰਟ ਆਫ ਵਿਊ ਦੇ ਲਈ,
ਉਹ ਹੈਗਾ ਜੀ ਇਹ ਐਕਟ ਜਿਹੜਾ ਇਹਨਾਂ ਦੇ ਉੱਪਰ ਲਗਾਇਆ ਗਿਆ। ਉਹ ਕਿਹੜਾ ਐਕਟ ਹੈ? ਉਹ ਹੈਗਾ ਜੀ ਨੈਸ਼ਨਲ ਸਿਕਿਉਰਿਟੀ ਐਕਟ 1980। ਐਗਜ਼ਾਮ ਪੁਆਇੰਟ ਆਫ View ਦੇ ਲਈ ਪੀਪੀਐਸਸੀ ਕਈ ਵਾਰ ਵਧੀਆ ਕਿਸੇ ਪੇਪਰ ਦੇ ਵਿੱਚ ਛੋਟਾ ਕੁਐਸਚਨ ਪੁੱਛ ਲੈਂਦੀ ਹੈ। ਉਹ ਇਹ ਪੁੱਛ ਸਕਦੀ ਹੈ ਤੁਹਾਡੇ ਤੋਂ ਵੀ ਜਿਹੜੇ ਇਹ ਅੰਮ੍ਰਿਤਪਾਲ ਸਿੰਘ ਦੀ ਜਿਹੜਾ ਗਰੁੱਪ ਸੀਗਾ ਵਾਰਿਸ ਪੰਜਾਬ ਦੇ, ਜਾਂ ਤਾਂ ਇਹਦਾ ਨਾਮ ਪੁੱਛ ਸਕਦੀ ਵੀ ਕਿਹੜੇ ਗਰੁੱਪ ਦੇ ਇਹ ਲੀਡਰ ਸੀਗੇ। ਉਹ ਕਿਹੜਾ ਸੀਗਾ? ਵਾਰਿਸ ਪੰਜਾਬ ਦੇ। ਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਜਿਹੜਾ ਇਹ ਗਰੁੱਪ ਹੈਗਾ, ਇਹ ਫੋਰਮ ਹੈਗਾ ਵਾਰਿਸ ਪੰਜਾਬ ਦੇ, ਇਹ ਧੜਾ ਹੈਗਾ, ਇਹਨੂੰ ਫਾਊਂਡ ਕਿਹਨੇ ਕੀਤਾ ਸੀਗਾ? ਇਹਦੀ ਸਥਾਪਨਾ ਕਿਹਨੇ ਕੀਤੀ ਸੀਗੀ? ਅੱਜ ਉਹ ਦੁਨੀਆ ਦੇ ਵਿੱਚ ਨਹੀਂ ਹੈਗੇ। ਚਲੋ ਤੁਹਾਨੂੰ ਮੈਂ ਹਿੰਟ ਦਿੱਤਾ ਤੇ ਇਹਦਾ ਆਨਸਰ ਹੈਗਾ ਜਿਹੜਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਦਿਓ। ਹੁਣ ਆਪਾਂ ਗੱਲ ਕਰਦੇ ਜੀ ਨੈਸ਼ਨਲ ਸਿਕਿਉਰਿਟੀ ਐਕਟ 1980 ਇਹ ਕੀ ਕਹਿੰਦਾ। ਇਹਦੇ ਬਾਰੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਖੀਰ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਇੱਕ ਮੈਂ ਕੁਐਸਚਨ ਵੀ ਲੈ ਕੇ ਆਇਆ, ਉਹਦਾ ਆਨਸਰ ਤੁਸੀਂ ਹੀ ਦੋਗੇ। ਸੋ ਬੜਾ ਹੀ ਇੰਪੋਰਟੈਂਟ ਹੈਗਾ ਇਸ ਐਕਟ ਬਾਰੇ ਆਪਣੇ ਲਈ ਸਮਝਣਾ। ਸੋ ਸਭ ਤੋਂ ਪਹਿਲਾਂ ਦੇਖੋ, ਇਹ ਕੁਝ ਕੇ ਐਕਟ ਨੇ ਜਿਹੜੇ ਕਿ ਕਿਸੇ ਇੰਡੀਵਿਜੂਅਲ ਦੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਤੱਕ ਖੋਹ ਸਕਦੇ ਨੇ। ਜਿਵੇਂ ਕਿ UAPA ਐਕਟ ਹੋ ਗਿਆ, ਅੱਗੇ ਟਾਡਾ ਹੁੰਦਾ ਸੀਗਾ। ਸਿਮਿਲਰਲੀ ਨੈਸ਼ਨਲ ਸਿਕਿਉਰਿਟੀ ਐਕਟ ਵੀ ਉਦਾਂ ਦਾ ਇੱਕ ਸਟ੍ਰਿਕਟ ਲਾਅ ਹੈਗਾ ਜਿਹੜਾ ਕਿਸੇ ਦੇ ਉੱਪਰ ਜੇਕਰ ਲੱਗ ਜੇ ਤਾਂ ਉਹਦੇ ਤੁਸੀਂ ਕਹਿ ਲਓ ਇੱਕ ਤਰ੍ਹਾਂ ਦੇ ਫੰਡਾਮੈਂਟਲ ਰਾਈਟਸ ਕੰਪਲੀਟਲੀ ਖੋਏ ਜਾਂਦੇ ਨੇ। ਸੋ ਬਹੁਤ ਹੀ ਧਿਆਨ ਦੇ ਨਾਲ ਸਮਝਣਾ। ਸੋ ਸਭ ਤੋਂ ਪਹਿਲਾਂ ਜਿਹੜਾ ਇਹ ਨੈਸ਼ਨਲ ਸਿਕਿਉਰਿਟੀ ਐਕਟ ਹੈਗਾ, ਇਹ ਐਮਪਾਵਰ ਕਰਦਾ ਸਟੇਟ ਨੂੰ। ਸਟੇਟ ਮੀਨਸ ਗਵਰਨਮੈਂਟ, ਸਟੇਟ ਸਰਕਾਰ, ਠੀਕ ਹੈ। ਐਮਪਾਵਰ ਕਰਦਾ, ਇਹ ਸਟੇਟ ਨੂੰ ਪਾਵਰ ਦਿੰਦਾ ਹੈ ਕਿ ਉਹ ਕਿਸੇ ਪਰਸਨ ਨੂੰ ਡਿਟੇਨ ਕਰ ਸਕਦੀ ਹੈ ਵਿਦਆਊਟ ਏ ਟ੍ਰਾਇਲ, ਬਿਨਾਂ ਕਿਸੇ ਟ੍ਰਾਇਲ ਤੋਂ ਉਹਨੂੰ ਡਿਟੇਲ ਯਾਨੀ ਕਿ ਕਸਟਡੀ 'ਚ ਰੱਖ ਸਕਦੀ ਹੈ। ਹੁਣ ਐਦਾਂ ਦਾ ਕੋਈ ਮਤਲਬ ਤੁਸੀਂ ਲਾ ਲਓ ਸਟੇਟ ਕਿਸੇ ਨੂੰ ਕਸਟਡੀ 'ਚ ਰੱਖ ਨਹੀਂ ਸਕਦੀ, ਉਹਦੇ ਵਾਸਤੇ ਕੋਈ ਗਰਾਊਂਡ ਡਿਫਾਈਨ ਹੋਣਾ ਚਾਹੀਦਾ ਨਾ। ਸੋ ਬਿਲਕੁਲ ਇਸ ਐਕਟ ਦੇ ਵਿੱਚ 2 ਗਰਾਊਂਡ ਦਿੱਤੇ ਹੋਏ ਨੇ, ਧਿਆਨ ਦੇ ਨਾਲ ਪੜ੍ਹਿਓ। ਉਹ ਕਿਹੜੇ ਗਰਾਊਂਡ ਨੇ ਜਿਹਨੂੰ ਲੈ ਕੇ ਕਿਸੇ ਬੰਦੇ ਨੂੰ ਡਿਟੇਨ ਕੀਤਾ ਜਾ ਸਕਦਾ ਹੈਗਾ ਵਿਦਆਊਟ ਕਿਸੇ ਚਾਰਜ ਜਾਂ ਟ੍ਰਾਇਲ ਦੇ? ਉਹ ਹੈਗੇ ਨੇ ਜੀ, ਜਾਂ ਤਾਂ ਸਟੇਟ ਦੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਖਤਰਾ ਹੋਵੇ। ਸਟੇਟ ਦੀ ਸਿਕਿਉਰਿਟੀ ਨੂੰ ਖਤਰਾ ਕਿਵੇਂ ਹੋ ਸਕਦਾ ਹੈਗਾ? ਕੋਈ ਬੰਦਾ ਫੋਰਨ ਕਿਸੇ ਟੈਰਰਿਸਟ ਜਿਹੜੀ ਸੰਸਥਾ ਉਹਦੇ ਨਾਲ ਤੁਸੀਂ ਲਾ ਲਓ ਟਾਈ ਅਪ ਕਰਕੇ ਉਹਨਾਂ ਤੋਂ ਟੈਰਰਿਸਟ ਫੰਡਿੰਗ ਲੈ ਕੇ ਆਪਣੇ ਤੁਸੀਂ ਲਾ ਲਓ ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਹੇਟ ਸਪੀਚ ਦੇ ਦੇ ਜਾਂ ਕੋਈ ਗਲਤ ਐਕਟੀਵਿਟੀ ਨੂੰ ਅੰਜਾਮ ਦੇ ਦੇ ਜਿਨ੍ਹਾਂ ਸਟੇਟ ਦੀ ਸਿਕਿਉਰਿਟੀ ਨੂੰ ਖਤਰਾ ਹੋਵੇ, ਤਾਂ ਉਸ ਪਰਸਨ ਦੇ ਉੱਪਰ NSA ਲੱਗ ਸਕਦਾ। ਜਾਂ ਪਬਲਿਕ ਆਰਡਰ ਨੂੰ ਜਿਸ ਬੰਦੇ ਤੋਂ ਲਾ ਲਓ ਤੁਸੀਂ ਪਬਲਿਕ ਲਾਅ ਐਂਡ ਆਰਡਰ ਨੂੰ ਖਤਰਾ ਹੋਵੇ ਉਹਦੇ ਉੱਪਰ ਵੀ NSA ਲਗਾਇਆ ਜਾ ਸਕਦਾ ਹੈ। ਬੇਸਿਕਲੀ ਕਿਵੇਂ ਲੱਗਦਾ? ਤਾਂ ਇਹ ਇੱਕ ਤਰ੍ਹਾਂ ਦਾ ਕੁਝ ਨਹੀਂ, ਇਹ ਬੇਸਿਕਲੀ ਇੱਕ ਆਰਡਰ ਹੁੰਦਾ ਹੈਗਾ, ਇੱਕ ਹੁਕਮ ਹੁੰਦਾ, ਐਡਮਿਨਿਸਟ੍ਰੇਟਿਵ ਪ੍ਰਸ਼ਾਸਕੀ ਹੁਕਮ ਹੁੰਦਾ, ਜਿਹਨੂੰ ਕੌਣ ਜਾਰੀ ਕਰਦਾ, ਕੌਣ ਲਾਉਂਦਾ? ਜਾਂ ਤਾਂ ਡਿਵੀਜ਼ਨਲ ਕਮਿਸ਼ਨਰ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ। ਡਿਸਟ੍ਰਿਕਟ ਮੈਜਿਸਟ੍ਰੇਟ ਮਤਲਬ DC ਆਪਣੇ ਕਲੈਕਟਰ ਸਾਹਿਬ, ਤੇ ਡਿਵੀਜ਼ਨਲ ਕਮਿਸ਼ਨਰ ਕੌਣ ਹੁੰਦਾ? ਇਹ ਹੁੰਦੇ ਨੇ ਜੀ ਮੰਡਲ ਕਮਿਸ਼ਨਰ, ਯਾਨੀ ਕਿ ਜਿਹੜੇ ਮੰਡਲਾਂ, ਜਿਹੜੇ 4-5 ਜ਼ਿਲ੍ਹਿਆਂ ਦੀ ਇੱਕ ਮੰਡਲ ਬਣਦੀ ਹੈ ਆਪਣੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ। ਉਹਨਾਂ ਜਿਹੜੇ ਕਮਿਸ਼ਨਰ ਹੁੰਦੇ ਨੇ, ਇਹ ਪੋਸਟ ਹੁੰਦੀ ਹੈ ਇਕੁਇਵਲੈਂਟ ਟੂ ਜਿਹੜੇ ਕਿਸੇ ਵੀ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਹੁੰਦੇ ਨੇ ਉਹਦੇ ਬਰਾਬਰ ਦਾ ਉਹਦਾ ਹੁੰਦਾ ਹੈਗਾ ਡਿਵੀਜ਼ਨਲ ਕਮਿਸ਼ਨਰ ਦਾ। ਤੇ ਜੇ ਆਪਾਂ ਗੱਲ ਕਰੀਏ DC ਸਾਹਿਬ ਦੀ, ਤਾਂ ਇਹਨਾਂ ਦੇ ਇਕੁਇਵਲੈਂਟ ਜੇ ਤੁਸੀਂ ਗੱਲ ਕਰਦੇ ਹੋ ਆਪਾਂ ਕਿਸੇ ਡਿਪਾਰਟਮੈਂਟ ਦੇ ਵਿੱਚ ਜਾਈਏ ਤਾਂ ਇਹਨਾਂ ਦੇ ਇਕੁਇਵਲੈਂਟ ਉਹਦਾ ਹੁੰਦਾ ਜੀ ਸਪੈਸ਼ਲ ਸੈਕਟਰੀ ਦਾ। ਸੋ ਇਹ ਦੋਵੇਂ ਹੀ ਇਹ ਆਰਡਰ ਪਾਸ ਕਰਕੇ ਕਿਸੇ ਬੰਦੇ ਦੇ ਉੱਪਰ NSA ਲਗਾ ਸਕਦੇ ਨੇ। ਸੋ ਬੇਸਿਕਲੀ ਜਿਹੜਾ ਜਿਹਦੇ ਉੱਪਰ NSA ਲੱਗ ਗਿਆ ਉਹਨੂੰ ਬੇਲ ਤਾਂ ਮਿਲਦੀ ਨਹੀਂ ਤੇ ਉਹਦੇ ਫੰਡਾਮੈਂਟਲ ਰਾਈਟਸ ਵੀ ਤੁਸੀਂ ਲਾ ਲਓ ਇੱਕ ਤਰ੍ਹਾਂ ਦੇ ਖੋਏ ਜਾਂਦੇ ਨੇਗੇ। ਸੋ ਕਾਫੀ ਜ਼ਿਆਦਾ ਸਟ੍ਰਿਕਟ ਇਹ ਲਾਅ ਹੈਗਾ। ਸੋ ਜੇ ਆਪਾਂ ਹੋਰ ਇਸ ਨੂੰ ਐਲੈਬੋਰੇਟ ਕਰੀਏ ਤਾਂ ਦੇਖੋ, ਮੈਂ ਤੁਹਾਨੂੰ ਦੱਸ ਚੁੱਕਿਆ ਇਸ ਦੇ ਵਿੱਚ ਬੇਸਿਕਲੀ ਵੀ ਕਿਹੜੇ ਗਰਾਊਂਡਸ ਨੂੰ ਲੈ ਕੇ ਇਹ ਲਗਾਇਆ ਜਾਂਦਾ ਹੈਗਾ। ਬੇਸਿਕਲੀ ਪਬਲਿਕ ਆਰਡਰ ਨੂੰ ਖਤਰਾ ਹੋਵੇ ਜਾਂ ਸਟੇਟ ਦੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਖਤਰਾ ਹੋਵੇ, ਠੀਕ ਹੈ। ਇਹ ਕਿਸੇ ਵੀ ਇੰਡੀਵਿਜੂਅਲ ਜਿਹੜੇ ਸੰਵਿਧਾਨਿਕ ਅਧਿਕਾਰ ਨੇਗੇ ਉਹਨਾਂ ਨੂੰ ਖੋਹ ਲੈਂਦਾ ਹੈਗਾ, ਕਿਉਂਕਿ ਜਦੋਂ ਆਪਾਂ ਕਿਸੇ ਬੰਦੇ ਨੂੰ ਡਿਟੇਨ ਕਰਦੇ ਹਾਂ ਸੰਵਿਧਾਨ ਇਹ ਕਹਿੰਦਾ ਹੈਗਾ ਆਪਣਾ ਵੀ ਉਹਨੂੰ 24 ਘੰਟੇ ਦੇ ਅੰਦਰ ਅੰਦਰ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਨਾ ਹੁੰਦਾ ਹੈਗਾ। ਬਟ ਇਹਦੇ ਵਿੱਚ ਇਹ ਜਿਹਾ ਕਰਨ ਤੋਂ ਰੋਕਿਆ ਜਾ ਸਕਦਾ ਹੈਗਾ। ਤੇ ਇੱਕ ਗੱਲ ਹੋਰ ਯਾਦ ਰੱਖਿਓ, ਜਿਹੜੇ ਇੰਡੀਵਿਜੂਅਲ ਨੂੰ ਇਸ ਐਕਟ ਦੇ ਅਧੀਨ ਡਿਟੇਨ ਕੀਤਾ ਹੋਵੇ ਉਹਨੂੰ ਮੈਕਸਿਮਮ ਵੱਧ ਤੋਂ ਵੱਧ 12 ਮਹੀਨਿਆਂ ਦੇ ਲਈ ਡਿਟੇਨ ਕੀਤਾ ਜਾ ਸਕਦਾ ਬਿਨਾਂ ਕਿਸੇ ਟ੍ਰਾਇਲ ਜਾਂ ਬਿਨਾਂ ਕਿਸੇ ਚਾਰਜ ਦੇ। ਸੋ ਬਿਨਾਂ ਕਿਸੇ ਚਾਰਜ ਦੇ ਕਿਸੇ ਬੰਦੇ ਨੂੰ 12 ਮਹੀਨੇ ਜੇਲ੍ਹ 'ਚ ਰੱਖਣਾ ਆਪਦੇ ਆਪ ਦੇ ਵਿੱਚ ਇਹ ਇੱਕ ਮਤਲਬ ਤੁਸੀਂ ਲਾ ਲਓ ਫੰਡਾਮੈਂਟਲੀ ਚੀਜ਼ ਗਲਤ ਹੋ ਗਈ। ਬਟ ਇਹ ਇੰਨਾ ਜ਼ਿਆਦਾ ਸਟ੍ਰਿਕਟ ਲਾਅ ਹੈਗਾ। ਸੋ ਇਹ ਇੰਪੋਰਟੈਂਟ ਸੀਗਾ ਆਪਣੇ ਸਮਝਣਾ। ਹੁਣ ਜਿਵੇਂ ਕਿ ਤੁਹਾਨੂੰ ਪਤਾ ਪੋਲਿਟੀ ਦੇ ਵਿੱਚ ਮੈਂ ਪਹਿਲੀ ਪੜ੍ਹਾਇਆ ਹੋਏਗਾ ਫੰਡਾਮੈਂਟਲ ਰਾਈਟਸ ਬਾਰੇ ਬੜੇ ਡਿਟੇਲ ਦੇ ਵਿੱਚ ਲੈਕਚਰ ਦਿੱਤੇ ਨੇ। ਉਹਦੇ ਵਿੱਚ ਮੈਂ ਤੁਹਾਨੂੰ ਪ੍ਰੀਵੈਂਟਿਵ ਡਿਟੈਂਸ਼ਨ ਬਾਰੇ ਵੀ ਦੱਸਿਆ ਹੈ। ਬੇਸਿਕਲੀ ਆਪਣਾ ਸੰਵਿਧਾਨ ਦਾ ਜਿਹੜਾ ਆਰਟੀਕਲ 22 ਹੈ ਆਪਾਂ ਨੂੰ ਪਾਵਰ ਦਿੰਦਾ ਹੈਗਾ ਵੀ ਆਪਾਂ ਜਦੋਂ ਡਿਟੈਂਸ਼ਨ 'ਚ ਵੀ ਆਪਣੇ ਕੋਲ ਕੁਝ ਰਾਈਟਸ ਹੁੰਦੇ ਨੇ। ਸੋ ਸਿਮਿਲਰਲੀ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਵੀ ਬੰਦਾ ਆਪਦਾ ਅਧਿਕਾਰ ਲੈ ਸਕਦਾ। ਪ੍ਰੀਵੈਂਟਿਵ ਡਿਟੈਂਸ਼ਨ ਦਾ ਮਤਲਬ ਕੀ ਹੁੰਦਾ? ਇੱਕ ਤਾਂ ਹੁੰਦਾ ਪਿਊਨਿਟਿਵ ਡਿਟੈਂਸ਼ਨ, ਕਿਸੇ ਨੇ ਅਪਰਾਧ ਕਰਤਾ ਹੋਵੇ ਉਹਨੂੰ ਡਿਟੇਨ ਕਰਨਾ। ਇੱਕ ਹੁੰਦਾ ਪ੍ਰੀਵੈਂਟਿਵ ਡਿਟੈਂਸ਼ਨ, ਜਿਹੜੇ ਬੰਦੇ ਦਾ ਸ਼ੱਕ ਹੋਵੇ
ਫੋਰ ਐਗਜ਼ਾਮਪਲ ਕਿਸੇ ਬੰਦੇ ਤੇ ਪੁਲਿਸ ਨੂੰ ਵੈਸੀ ਸ਼ੱਕ ਹੋਵੇ ਵੀ ਇਹ ਬੰਦਾ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ, ਸੋ ਉਹਨੇ ਹਲੇ ਅਪਰਾਧ ਕੀਤਾ ਵੀ ਨਹੀਂ ਹੁੰਦਾ, ਬਟ ਉਹਨੂੰ ਉਹਦੇ ਤੇ ਸ਼ੱਕ ਹੋਵੇ ਵੀ ਇਹ ਉਸ ਘਟਨਾ ਨੂੰ ਅੰਜਾਮ ਦੇ ਸਕਦਾ ਹੈਗਾ, ਸੋ ਉਹਨੂੰ ਪਹਿਲੇ ਹੀ ਪ੍ਰੀਵੈਂਟਿਵ ਡਿਟੈਂਸ਼ਨ ਕੀਤਾ ਜਾ ਸਕਦਾ। ਬਟ ਉਹਦੇ ਵਿੱਚ ਉਹਦੇ ਕੋਲ ਕੁਝ ਕੁ ਰਾਈਟਸ ਹੁੰਦੇ ਨੇਗੇ ਜੋ ਮੈਂ ਬੜੀ ਡਿਟੇਲ ਦੇ ਵਿੱਚ ਸਮਝਾਏ ਨੇਗੇ, ਬਟ ਇਹਦੇ ਵਿੱਚ ਉਹ ਚੀਜ਼ ਨਹੀਂ ਹੈਗੀ, ਇਹਦੇ ਉਹ ਰਾਈਟਸ ਵੀ ਖੋ ਜਾਂਦੇ ਨੇ। ਫਿਰ ਤੁਸੀਂ ਸੋਚਦੇ ਹੋਵੋਗੇ ਬੰਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਪ੍ਰੋਟੈਕਸ਼ਨ ਹੀ ਨਹੀਂ ਹੈਗੀ, ਇਹ ਤਾਂ ਵੈਸੇ ਹੀ ਫੰਡਾਮੈਂਟਲੀ ਗਲਤ ਹੋ ਗਿਆ, ਇਹਦਾ ਮਤਲਬ ਤਾਨਾਸ਼ਾਹੀ ਹੋ ਗਈ, ਡਿਕਟੇਟਰਸ਼ਿਪ ਹੀ ਹੋ ਗਈ। ਸੋ ਇਹੀ ਜਿਹੀ ਗੱਲ ਨਹੀਂ ਹੈਗਾ, ਇਸ ਐਕਟ ਦੇ ਵਿੱਚ ਇੱਕ ਸੇਫਗਾਰਡ ਮੁਹੱਈਆ ਕਰਵਾਇਆ ਹੋਏਗਾ। ਉਹ ਕਿਹੜਾ ਹੈਗਾ? ਸੋ ਇਸ ਐਕਟ ਦਾ ਜਿਹੜਾ ਆਰਟੀਕਲ 22(5) ਹੈਗਾ, ਉਹ ਜਿਹੜਾ ਇੰਡੀਵਿਜੂਅਲ ਹੈ ਜਿਹਦੇ ਉੱਪਰ ਇਹ ਐਕਟ ਲੱਗਿਆ ਹੋਵੇ ਉਹਨੂੰ ਇਹ ਤੁਸੀਂ ਕਹ ਲਓ ਇਹ ਅਧਿਕਾਰ ਦਿੰਦਾ ਹੈ ਵੀ ਉਹ ਆਪਦੀ ਜਿਹੜੀ ਅਪੀਲ ਹੈਗੀ, ਆਪਦੀ ਰਿਪਰੈਜ਼ੈਂਟੇਸ਼ਨ ਹੈ, ਆਪਦੀ ਦਰਖਾਸਤ ਹੈ, ਉਹ ਇੱਕ ਇੰਡੀਪੈਂਡੈਂਟ ਐਡਵਾਈਜ਼ਰੀ ਬੋਰਡ ਹੈਗਾ ਜਿਹੜਾ ਕਿ 3 ਮੈਂਬਰਾਂ ਦਾ ਬਣਿਆ ਹੋਇਆ ਹੁੰਦਾ, ਉਹਦੇ ਅੱਗੇ ਆਪਦੀ ਦਰਖਾਸਤ ਦੇ ਸਕਦਾ, ਆਪਦੀ ਅਪੀਲ ਕਰ ਸਕਦਾ। ਤੇ ਉਹ ਜਿਹੜਾ ਬੋਰਡ ਹੁੰਦਾ ਉਹਨੂੰ ਚੇਅਰ ਕੌਣ ਕਰਦਾ? ਉਹਦਾ ਚੇਅਰਮੈਨ ਹੁੰਦਾ ਜੀ ਕਿਸੇ ਵੀ ਹਾਈ ਕੋਰਟ ਦਾ ਜੱਜ। ਇਹ ਇੰਪੋਰਟੈਂਟ ਹੈ, ਇੱਥੋਂ ਕੁਐਸਚਨ ਬਣ ਸਕਦਾ ਹੈਗਾ। ਸੋ ਇਹ ਸੀਗਾ ਜੀ ਨੈਸ਼ਨਲ ਸਿਕਿਉਰਿਟੀ ਐਕਟ ਬਾਰੇ। ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ, ਤੇ ਇਹਨੂੰ ਲੈ ਕੇ ਆ ਇੱਕ ਕੁਐਸਚਨ ਹੈਗਾ ਜੀ, ਇਹਨੂੰ ਧਿਆਨ ਦੇ ਨਾਲ ਪੜਿਓ ਤੇ ਇਹਦਾ ਆਨਸਰ ਹੈਗਾ ਜਿਹੜਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਤੇ ਆ ਇੱਕ ਮੇਨਸ ਨੂੰ ਲੈ ਕੇ ਕੁਐਸਚਨ ਹੈਗਾ, ਇਹਦੀ ਵੀ ਤੁਸੀਂ ਘਰੇ ਬਹਿ ਕੇ ਪ੍ਰੈਕਟਿਸ ਕਰ ਸਕਦੇ ਹੋ। ਕੁਐਸਚਨ ਮੈਂ ਪੜਦਾ ਨਾ, ਕਹਿੰਦੇ ਦਾ ਸਟੋਰੇਜ ਆਫ ਟੈਰਰਿਜ਼ਮ ਇਜ਼ ਅ ਗ੍ਰੇਵ ਚੈਲੰਜ ਟੂ ਨੈਸ਼ਨਲ ਸਿਕਿਉਰਿਟੀ। What solutions do you suggest to curb this growing menace? What are the major sources of terrorist funding? ਸੋ ਇਹ ਕੁਐਸਚਨ ਨੂੰ ਤੁਸੀਂ ਘਰੇ ਪ੍ਰੈਕਟਿਸ ਕਰ ਲਿਓ। ਜਿਹੜੇ ਕੁਐਸਚਨ ਤੁਹਾਨੂੰ ਮੈਂ ਬਾਕੀ ਦੱਸੇ ਨੇਗੇ ਇਹਨਾਂ ਦੇ ਜਿਹੜੇ ਆਨਸਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਦਿਓ। ਸੋ ਇਹ ਸੀ ਆਪਣਾ ਅੱਜ ਦਾ ਲੈਕਚਰ ਭਾਈ। ਕੱਲ ਨੂੰ ਆਪਾਂ ਕਿਸੇ ਨਵੇਂ ਟੌਪਿਕ ਦੇ ਨਾਲ ਮਿਲਾਂਗੇ। ਧੰਨਵਾਦ।